ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਸਭ ਸੰਗਤਾਂ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਅਸੀਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੇ ਬਾਰੇ ਕੁਝ ਚਰਚਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਗੁਰੂ ਸਾਹਿਬ ਜੀ ਦਾ ਜਨਮ 7 ਜੁਲਾਈ 1656 ਨੂੰ ਗੁਰੂ ਹਰਿਰਾਏ ਸਾਹਿਬ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਕੀਰਤਪੁਰ ਵਿੱਚ ਹੋਇਆ। ਆਪ ਜੀ ਦੇ ਵੱਡੇ ਭਰਾ ਰਾਮ ਰਾਏ ਜੀ ਸਨ ਅਤੇ ਵੱਡੀ ਭੈਣ ਰੂਪ ਕੌਰ ਜੀ ਸਨ। ਗੁਰੂ ਸਾਹਿਬ ਜੀ ਦਾ 1661 ਤੋਂ 1664 ਤੱਕ ਦਾ ਸਮਾਂ ਬਹੁਤ ਹੀ ਵਿਲੱਖਣਤਾ ਸੀ। ਗੁਰੂ ਸਾਹਿਬ ਜੀ ਦੀ ਗੁਰਗੱਦੀ ਸਮੇਂ ਉਮਰ 5 ਸਾਲ ਦੀ ਸੀ। ਕਈ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸ਼ੰਕਾ ਸੀ ਕਿ ਗੁਰੂ ਸਾਹਿਬ ਇੰਨੀ ਛੋਟੀ ਉਮਰ ਵਿੱਚ ਸਿੱਖ ਧਰਮ ਅਤੇ ਜਥੇਬੰਦੀਆਂ ਦੀ ਅਗਵਾਈ ਕਿੱਦਾਂ ਕਰਨਗੇ। ਬਚਪਨ ਤੋਂ ਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਆਪ ਜੀ ਦੀ ਯਾਦ ਸ਼ਕਤੀ ਵੀ ਬਾਕਮਾਲ ਦੀ ਸੀ। 4 ਸਾਲ ਦੀ ਉਮਰ ਵਿੱਚ ਆਪ ਨੇ ਨਿਤਨੇਮ ਦੀ ਬਾਣੀ ਦਾ ਪਾਠ ਯਾਦ ਕਰ ਲਿਆ ਸੀ। ਜਦੋਂ ਵੀ ਪਿਤਾ ਜੀ ਗੁਰੂ ਹਰਿਰਾਏ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਅਤੇ ਆਪ ਜੀ ਨਾਲ ਬੈਠ ਕੇ ਉਹਨਾਂ ਦੇ ਵਿਚਾਰ ਸੁਣਦੇ ਅਤੇ ਯਾਦ ਕਰ ਲੈਂਦੇ ਸਨ। ਕੀਰਤਪੁਰ ਦੇ ਦਵਾਖਾਨੇ ਵਿੱਚ ਜਾ ਕੇ ਰੋਗੀਆਂ ਦੀ ਆਪਣੀ ਵੇਤ ਅਨੁਸਾਰ ਸੇਵਾ ਵੀ ਕਰਿਆ ਕਰਦੇ ਸਨ। ਇਸੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਵਿੱਚ ਆਪ ਜੀ ਦੇ ਸੰਬੰਧੀ ਕੁਝ ਸ਼ਬਦ ਇਸ ਤਰ੍ਹਾਂ ਉਚਾਰਨ ਕੀਤੇ ਹਨ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਔਰੰਗਜ਼ੇਬ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਲੀ ਬੁਲਾ ਭੇਜਿਆ ਸੀ, ਪਰ ਗੁਰੂ ਜੀ ਆਪ ਨਹੀਂ ਗਏ। ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਅਸ਼ੀਰਵਾਦ ਦੇ ਕੇ ਭੇਜਿਆ ਸੀ। ਰਾਮ ਰਾਏ ਦਿੱਲੀ ਦਰਬਾਰ ਦੀ ਆਓ ਭਗਤ ਅਤੇ ਸ਼ਾਨੋ ਸ਼ੌਕਤ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋ ਗਿਆ ਅਤੇ ਕਈ ਰਿੱਧੀ ਸਿੱਧੀਆਂ ਵਿਖਾਉਣ ਲੱਗਾ। ਸਭ ਤੋਂ ਘਟੀਆ ਕੰਮ ਅਤੇ ਹੀਣਾ ਕੰਮ ਉਸਨੇ ਇਹ ਕਰ ਦਿੱਤਾ ਕਿ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਉਸ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਤੁਕ ਹੀ ਬਦਲ ਦਿੱਤੀ। ਇਹ ਤੁਕ ਮਿੱਟੀ ਮੁਸਲਮਾਨ ਦੀ ਥਾਂ ਮਿੱਟੀ ਬੇਈਮਾਨ ਦੀ ਕਹਿ ਦਿੱਤਾ। ਗੁਰੂ ਹਰਿਰਾਏ ਜੀ ਨੇ ਉਸ ਦਾ ਤਿਆਗ ਕਰ ਦਿੱਤਾ ਅਤੇ 31 ਸਾਲ ਦੀ ਉਮਰ ਵਿੱਚ ਹੀ ਅੰਤ ਸਮਾਂ ਨੇੜੇ ਜਾਣਦੇ ਹੋਏ ਗੁਰਗੱਦੀ ਛੋਟੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਉਸ ਦੇ ਯੋਗ ਸਮਝ ਕੇ ਸੌਂਪ ਦਿੱਤਾ। ਗੁਰੂ ਹਰਿਰਾਏ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਆਪਣੇ ਪੁੱਤਰ ਨੂੰ 5 ਪੈਸੇ ਅਤੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਅਤੇ ਮੁਖੀ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਅੱਜ ਤੋਂ ਬਾਅਦ ਹਰ ਪ੍ਰਕਾਰ ਦੀ ਕਾਰ ਸੇਵਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਅਰਪਣ ਕੀਤੀ ਜਾਵੇ ਅਤੇ ਉਹ ਪੂਰਾ ਸਹਿਯੋਗ ਦੇਣ। ਸੰਸਕਾਰ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਨਿੱਤ ਦਾ ਪ੍ਰੋਗਰਾਮ ਇਸ ਤਰ੍ਹਾਂ ਬਣਾ ਲਿਆ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਅਤੇ ਨਾਮ ਵਿੱਚ ਜੁੜਨਾ, ਗੁਰੂ ਦਰਬਾਰ ਵਿੱਚ ਜਾ ਕੇ ਸੰਗਤਾਂ ਨੂੰ ਦਰਸ਼ਨ ਦੇਣੇ, ਉਪਦੇਸ਼ ਦੇਣੇ ਅਤੇ ਕਿਸੇ ਸਿੱਖ ਵੱਲੋਂ ਪੁੱਛੇ ਸ਼ੰਕੇ ਦਾ ਨਿਵਾਰਨ ਕਰਨਾ। ਬਾਬਾ ਰਾਮ ਰਾਏ ਨੇ ਨਿੱਕੇ ਭਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਸੰਦਾਂ ਰਾਹੀਂ ਆਪਣੇ ਆਪ ਨੂੰ ਗੁਰੂ ਹੋਣ ਦਾ ਪ੍ਰਚਾਰ ਕਰਨ ਲਈ ਆਖਿਆ। ਮਸੰਦਾਂ ਨੇ ਰਾਮ ਰਾਏ ਨੂੰ ਈਰਖਾ ਦੀ ਅੱਗ ਵਿੱਚ ਹੋਰ ਭੜਕਾਇਆ ਅਤੇ ਸਰਕਾਰੀ ਸਹਾਇਤਾ ਲੈਣ ਲਈ ਵੀ ਉਕਸਾਇਆ। ਇਹਨਾਂ ਸਵਾਰਥੀ ਮਸੰਦਾਂ ਨੇ ਰਾਮ ਰਾਏ ਦੀ ਮੌਤ ਤੋਂ ਬਾਅਦ ਉਸ ਦੇ ਡੇਰਿਆਂ 'ਤੇ ਕਬਜ਼ਾ ਕਰ ਲਿਆ ਅਤੇ ਪੰਥ ਵਿਰੋਧੀ ਗਤੀਵਿਧੀਆਂ ਵਿੱਚ ਲੱਗ ਗਏ ਸਨ। ਇਸੇ ਕਾਰਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਨਾਲ ਇਹਨਾਂ ਦੇ ਵਿਰੁੱਧ ਸਖਤ ਕਦਮ
ਉਠਾਏ ਸਨ। 1664 ਫਰਵਰੀ ਦੇ ਅੱਧ ਵਿੱਚ ਬਾਲਾ ਪ੍ਰੀਤਮ ਕੀਰਤਪੁਰ ਤੋਂ ਦਿੱਲੀ ਲਈ ਰਵਾਨਾ ਹੋ ਗਏ ਸਨ। ਬਹੁਤ ਸਾਰੀਆਂ ਸੰਗਤਾਂ, ਗੁਰੂ ਪਰਿਵਾਰ, ਸਿੱਖ ਸੈਨਿਕ ਆਪ ਜੀ ਦੇ ਨਾਲ ਸਨ। ਗੁਰੂ ਸਾਹਿਬ ਰਸਤੇ ਵਿੱਚ ਆਪਣੀ ਭੈਣ ਰੂਪ ਕੌਰ ਨੂੰ ਦਿਆਲਪੁਰ ਮਿਲ ਕੇ ਅੰਬਾਲੇ ਦੇ ਲਾਗੇ ਪੰਜੋਖਰ ਦੇ ਸਥਾਨ 'ਤੇ ਪਹੁੰਚੇ। ਗੁਰੂ ਜੀ ਦੇ ਇਸ ਪੜਾਅ ਦੌਰਾਨ ਲਾਲ ਚੰਦ ਨਾਮ ਦੇ ਇੱਕ ਪੰਡਿਤ ਨੇ, ਜੋ ਵੱਡਾ ਵਿਦਵਾਨ ਸੀ, ਬਾਲਾ ਪ੍ਰੀਤਮ ਜੀ ਨੂੰ ਚੁਣੌਤੀ ਦਿੱਤੀ ਕਿ ਸ਼੍ਰੀ ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ, ਆਪ ਦਾ ਨਾਮ ਹਰਿ ਕ੍ਰਿਸ਼ਨ ਹੈ, ਆਪ ਇਸ ਦੇ ਕੁਝ ਸ਼ਲੋਕਾਂ ਦੇ ਅਰਥ ਕਰਕੇ ਹੀ ਵਿਖਾ ਦੇਵੋ। ਗੁਰੂ ਜੀ ਨੇ ਉਸ ਨੂੰ ਆਖਿਆ ਕਿ ਸੰਗਤ ਵਿੱਚੋਂ ਕਿਸੇ ਵੀ ਇੱਕ ਵਿਅਕਤੀ ਨੂੰ ਅੱਗੇ ਲੈ ਆਓ ਅਤੇ ਉਹ ਐਸਾ ਕਰ ਦੇਵਣਗੇ। ਪੰਡਿਤ ਲਾਲ ਚੰਦ ਨੇ ਗੁਰੂ ਜੀ ਦੀ ਇਸ ਗੱਲ ਨੂੰ ਪਰਖਣ ਲਈ ਛੱਜੂ ਨਾਮ ਦੇ ਇੱਕ ਝੀਵਰ ਨੂੰ ਲਿਆ ਅਤੇ ਖੜ੍ਹਾ ਕਰ ਦਿੱਤਾ, ਅਤੇ ਗੁਰੂ ਜੀ ਨੇ ਆਪਣੀ ਛੜੀ ਅਤੇ ਆਪਣਾ ਹੱਥ ਸਿਰ 'ਤੇ ਰੱਖ ਕੇ ਬਚਨ ਕੀਤੇ ਕਿ ਇਸ ਪੰਡਿਤ ਜੀ ਨੂੰ ਕੁਝ ਸ਼ੰਕੇ ਹਨ, ਆਪ ਗੀਤਾ ਦੇ ਅਰਥ ਕਰਕੇ ਇਸ ਦੀ ਸੰਤੁਸ਼ਟੀ ਕਰੋ। ਉਸ ਮੂੜ 'ਤੇ ਪਈ ਬਖਸ਼ਿਸ਼ ਭਰੀ ਨਜ਼ਰ 'ਤੇ ਸਦਕਾ ਉਹ ਮੂੜ ਛੱਜੂ ਗਿਆਨ ਦੀਆਂ ਗੱਲਾਂ ਕਰਨ ਲੱਗ ਪਿਆ, ਜਿਵੇਂ ਕਿ ਸਾਰੇ ਗ੍ਰੰਥਾਂ ਦਾ ਗਿਆਤਾ ਹੋਵੇ। ਪੰਡਿਤ ਲਾਲ ਚੰਦ ਇਹ ਕੌਤਕ ਵੇਖ ਕੇ ਅਚੰਭਿਤ ਹੋ ਉੱਠਿਆ ਅਤੇ ਬਾਲਾ ਪ੍ਰੀਤਮ ਜੀ ਅੱਗੇ ਆਪਣਾ ਅਹੰਕਾਰ ਤਿਆਗ ਕੇ ਬੜੇ ਸਤਿਕਾਰ ਦੇ ਨਾਲ ਨਮਸਕਾਰ ਕੀਤੀ। ਇਸ ਛੱਜੂ ਝੀਵਰ ਨੇ ਬਾਅਦ ਵਿੱਚ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਲਕਾਰ ਸੁਣ ਕੇ ਭਾਈ ਧਰਮ ਸਿੰਘ ਇਸੇ ਝੀਵਰ ਭਾਈ ਛੱਜੂ ਦਾ ਪੁੱਤਰ ਸੀ। ਪੰਜੋਖਰੇ ਤੋਂ ਚੱਲ ਕੇ ਗੁਰੂ ਜੀ ਕੁਰੂਕਸ਼ੇਤਰ ਠਹਿਰੇ। ਸਮੇਂ ਨਾਲ ਇੱਥੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰਿਰਾਏ ਸਾਹਿਬ ਜੀ ਆਏ ਸਨ। ਗੁਰੂ ਹਰਕ੍ਰਿਸ਼ਨ ਜੀ ਦਾ ਆਉਣਾ ਸੁਣ ਕੇ ਸੰਗਤਾਂ ਦਰਸ਼ਨਾਂ ਲਈ ਆਈਆਂ। ਕੁਝ ਪੰਡਤਾਂ ਨਾਲ ਇੱਥੇ ਵੀ ਗਿਆਨ ਚਰਚਾ ਹੋਈ ਅਤੇ ਉਹਨਾਂ ਨੂੰ ਪੂਰੀ ਨਿਸ਼ਠਾ ਹੋ ਗਈ ਕਿ ਬਾਲਾ ਪ੍ਰੀਤਮ ਸਮਰੱਥ ਗੁਰੂ ਹਨ। ਆਪ ਕਈ ਮੁਕਾਮਾਂ 'ਤੇ ਰੁਕਦੇ ਹੋਏ ਨਿਡਰਤਾ ਨਾਲ ਸਿੱਖੀ ਪ੍ਰਚਾਰ ਕਰਦੇ ਰਹੇ ਅਤੇ ਦਿੱਲੀ ਪਹੁੰਚੇ। ਰਾਜਾ ਜੈ ਸਿੰਘ, ਉਸ ਦੇ ਪੁੱਤਰ ਅਤੇ ਰਾਣੀ ਆਨੰਦ ਕੌਰ, ਰਾਣੀ ਜੋਧੀ, ਰਾਣੀ ਰਾਜ ਕੌਰ ਅਤੇ ਦਰਬਾਰੀਆਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ। ਭੇਟ ਕੀਤੀਆਂ ਕੀਮਤੀ ਵਸਤਾਂ ਗੁਰੂ ਜੀ ਨੇ ਉਸ ਸਮੇਂ ਗਰੀਬਾਂ ਵਿੱਚ ਵੰਡ ਦਿੱਤੀਆਂ। ਇੱਥੇ ਹੀ ਰਾਜਾ ਜੈ ਸਿੰਘ ਦੀ ਪਟਰਾਣੀ ਨੇ ਗੁਰੂ ਜੀ ਦੀ ਛੋਟੀ ਉਮਰ ਪਰਖ ਵਜੋਂ ਇਹ ਸੰਕਲਪ ਕੀਤਾ ਕਿ ਜੇਕਰ ਆਪ ਸੱਚੇ ਗੁਰੂ ਹਨ ਤਾਂ ਮੈਨੂੰ ਪਛਾਣ ਕੇ ਮੇਰੀ ਗੋਦੀ ਵਿੱਚ ਬੈਠ ਜਾਣ। ਗੁਰੂ ਜੀ ਹਵੇਲੀ ਵਿੱਚ ਪਹੁੰਚ ਕੇ ਸਿੱਧੇ ਰਾਣੀ ਦੀ ਝੋਲੀ ਵਿੱਚ ਜਾ ਕੇ ਬੈਠ ਗਏ, ਜਿੱਥੇ ਉਹ ਦਾਸੀਆਂ ਵਾਲੇ ਕੱਪੜੇ ਪਾ ਕੇ ਬੈਠੀ ਸੀ। ਇਹ ਉਸ ਰਾਣੀ ਦੇ ਧੰਨ ਭਾਗ ਸਨ ਜਿਸ ਦੀ ਗੋਦੀ ਵਿੱਚ ਬਾਲਾ ਪ੍ਰੀਤਮ ਜੀ ਬੈਠੇ ਸਨ। ਗੁਰੂ ਜੀ ਦੇ ਦਿੱਲੀ ਪਹੁੰਚਣ ਦੀ ਖਬਰ ਔਰੰਗਜ਼ੇਬ ਨੂੰ ਮਿਲ ਗਈ ਅਤੇ ਉਹ ਇੰਤਜ਼ਾਰ ਕਰਨ ਲੱਗਾ। ਕਈ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਐਸਾ ਆਦੇਸ਼ ਕੀਤਾ ਸੀ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਪਰ ਸਵਾਲ ਉੱਠਦਾ ਹੈ ਕਿ ਜੇਕਰ ਉਸ ਦੇ ਮੱਥੇ ਨਹੀਂ ਲੱਗਣਾ ਸੀ ਤਾਂ ਫਿਰ ਦਿੱਲੀ ਹੀ ਕਿਉਂ ਆਏ ਸਨ। ਸੋ ਐਸਾ ਆਦੇਸ਼ ਗੁਰੂ ਘਰ ਦੀ ਵਡਿਆਈ ਦਾ ਪ੍ਰਤੀਕ ਨਹੀਂ ਹੈ। ਗੁਰੂ ਸਾਹਿਬ ਜੀ ਦੀ ਵਡਿਆਈ ਤਾਂ ਇਸੇ ਵਿੱਚ ਹੈ ਕਿ ਔਰੰਗਜ਼ੇਬ ਵੱਲੋਂ ਬਾਰ-ਬਾਰ ਬੇਨਤੀ ਕਰਨ 'ਤੇ ਆਪ ਨਿਡਰ ਹੋ ਕੇ ਉਸ ਨੂੰ ਮਿਲੇ ਅਤੇ ਇਸ ਚਲਾਕ, ਕੱਟੜ ਅਤੇ ਧੋਖੇਬਾਜ਼ ਬਾਦਸ਼ਾਹ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਔਰੰਗਜ਼ੇਬ ਗੁਰੂ ਸਾਹਿਬ ਜੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਗੁਰੂ ਸਾਹਿਬ ਜੀ ਦਾ ਨਾ ਮਿਲਣਾ ਰਾਜਾ ਜੈ ਸਿੰਘ ਲਈ ਕਈ ਮੁਸ਼ਕਲਾਂ ਪੈਦਾ ਕਰ ਸਕਦਾ ਸੀ ਅਤੇ ਗੁਰੂ ਸਾਹਿਬ ਕਦੀ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਮੇਜ਼ਬਾਨ ਨੂੰ ਕਿਸੇ ਪਰੇਸ਼ਾਨੀ ਵਿੱਚ ਪਾਇਆ ਜਾਵੇ।
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਿੱਲੀ ਆਉਣ ਦੀ ਸਿੱਖ ਸੰਗਤ ਨੂੰ ਇਹ ਵੱਡੀ ਦੇਣ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਸਿੱਖ ਵਸੋਂ ਵਾਲਾ ਸ਼ਹਿਰ ਦਿੱਲੀ ਹੈ, ਅਰਥਾਤ ਪੰਜਾਬ ਤੋਂ ਬਾਹਰ ਇਹ ਸਿੱਖੀ ਦਾ ਕੇਂਦਰੀ ਸਥਾਨ ਮੰਨਿਆ ਜਾਂਦਾ ਹੈ। ਦਿਲ ਵਿੱਚ ਉਹਨਾਂ ਦਿਨਾਂ ਵਿੱਚ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਇੱਥੇ ਚਮਤਕਾਰ ਰੋਗੀਆਂ ਨੇ ਦੇਖਿਆ। ਰੋਗੀ ਆਪ ਜੀ ਕੋਲ ਪਹੁੰਚਦੇ ਅਤੇ ਜਿੱਥੇ ਗੁਰੂ ਜੀ ਆਪਣੇ ਚਰਨ ਧੋਂਦੇ ਸਨ, ਉਸ ਚਬੱਚੇ ਵਿੱਚੋਂ ਜਲ ਲੈ ਕੇ ਸਰੀਰ 'ਤੇ ਲਾਉਂਦੇ ਸਨ ਅਤੇ ਉਹਨਾਂ ਦੇ ਰੋਗ ਕੱਟੇ ਜਾਂਦੇ ਸਨ। ਆਪ ਜੀ ਦਿੱਲੀ ਵਿੱਚ ਵਿਚਰ ਕੇ ਰੋਗੀਆਂ ਨੂੰ ਦੇਖਣ ਗਏ। ਚੇਚਕ ਦੀ ਬਿਮਾਰੀ ਨੇ ਦਿੱਲੀ ਵਿੱਚ ਬੜਾ ਹੀ ਭਿਆਨਕ ਰੂਪ ਧਾਰ ਕਰ ਲਿਆ। ਕਈ ਲੋਕ ਮਰ ਗਏ ਸਨ। ਖਲਕਤ ਦਾ ਦੁੱਖ ਰੱਬ ਦੇ ਪਿਆਰੇ ਵੇਖ ਨਹੀਂ ਸਕਦੇ, ਸੋ ਆਪ ਬਹੁਤਾ ਸਮਾਂ ਰੋਗੀਆਂ ਦੀ ਦੇਖਭਾਲ ਵਿੱਚ ਲਾਉਣ ਲੱਗ ਪਏ ਸਨ। ਆਖਿਰ ਉਹੀ ਹੋਇਆ ਜਿਸ ਦਾ ਗੁਰੂ ਘਰ ਦੇ ਮੁਖੀ ਸਿੱਖਾਂ ਨੂੰ ਤੌਖਲਾ ਸੀ। 25 ਮਾਰਚ ਨੂੰ ਆਪ ਨੂੰ ਬੁਖਾਰ ਚੜ੍ਹਿਆ ਅਤੇ 2 ਦਿਨਾਂ ਵਿੱਚ ਹੀ ਚੇਚਕ ਦਾ ਭਿਆਨਕ ਰੂਪ ਧਾਰ ਲਿਆ। ਇਹ ਰੋਗ ਗ੍ਰਸਤ ਇਲਾਕਿਆਂ ਵਿੱਚ ਫਿਰਨ ਅਤੇ ਉਹਨਾਂ ਥਾਵਾਂ 'ਤੇ ਜਾਣ ਕਰਕੇ ਹੋਇਆ ਸੀ ਜਿੱਥੇ ਇਸ ਬਿਮਾਰੀ ਕਾਰਨ ਕਈ ਮੌਤਾਂ ਹੋਈਆਂ ਸਨ। ਪੁੱਛਣ 'ਤੇ ਆਪ ਨੇ ਕੇਵਲ ਇਹ ਆਖਿਆ ਕਿ ਅਸੀਂ ਤਾਂ ਕੇਵਲ ਲੋਕਾਂ ਦਾ ਦੁੱਖ ਵੰਡਦੇ ਰਹੇ ਹਾਂ, ਬਾਕੀ ਆਉਣਾ ਜਾਣਾ ਤਾਂ ਕਰਤਾਰ ਦੇ ਹੁਕਮ ਦੀ ਖੇਡ ਹੈ। 3 ਦਿਨ ਬਿਮਾਰੀ ਦੀ ਹਾਲਤ ਵਿੱਚ ਵੀ ਆਪ ਪਾਲਕੀ ਵਿੱਚ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਬਹੁਤ ਸੰਗਤਾਂ ਨੇ ਬਾਲਾ ਪ੍ਰੀਤਮ ਦੇ ਆਖਰੀ ਦਰਸ਼ਨ ਕੀਤੇ। 29 ਮਾਰਚ ਨੂੰ ਆਪ ਦੀ ਤਬੀਅਤ ਵਧੇਰੇ ਖਰਾਬ ਹੋ ਗਈ। ਸਿੱਖ ਸੰਗਤਾਂ ਨੇ ਆਪ ਜੀ ਤੋਂ ਪੁੱਛ ਕੀਤੀ ਕਿ ਆਪ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਕੌਣ ਹੋਵੇਗਾ। ਇਸੇ ਦਿਨ ਸ਼ਾਮ ਨੂੰ ਇੱਕ ਵਿਸ਼ੇਸ਼ ਦੀਵਾਨ ਸਜਾਇਆ ਗਿਆ। 5 ਮੁਖੀ ਸਿੱਖਾਂ ਬਾਬਾ ਗੁਰਦਿੱਤਾ, ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਜੋ ਸਨ, ਭਾਈ ਦਇਆਲ ਦਾਸ ਆਦਿ ਸਿੱਖਾਂ ਨੂੰ ਗੁਰਗੱਦੀ ਦੀ ਸਮੱਗਰੀ ਲਿਆਉਣ ਲਈ ਕਿਹਾ ਅਤੇ ਫਿਰ ਗੁਰੂ ਜੀ ਨੇ 3 ਵਾਰੀ ਆਪਣਾ ਹੱਥ ਉਤਾਂਹ ਕਰਕੇ ਬਾਬਾ ਬਕਾਲੇ, ਬਾਬਾ ਬਕਾਲੇ, ਬਾਬਾ ਬਕਾਲੇ ਉਚਾਰਿਆ, ਜਿਸ ਦਾ ਭਾਵ ਸੀ ਕਿ ਹੁਣ ਮੇਰੇ ਰਿਸ਼ਤੇ ਵਿੱਚੋਂ ਦਾਦਾ ਤੇਗ ਬਹਾਦਰ ਜੀ ਗੁਰੂ ਹੋਣਗੇ ਅਤੇ ਉਸ ਵੇਲੇ ਬਾਬੇ ਬਕਾਲੇ ਵਿੱਚ ਨਿਵਾਸ ਕਰ ਰਹੇ ਸਨ। 30 ਮਾਰਚ 1664 ਨੂੰ ਰੋਗ ਕੱਟਣ ਵਾਲੇ ਬਾਲਾ ਪ੍ਰੀਤਮ ਆਪ ਪਰਮ ਜੋਤੀ ਵਿੱਚ ਲੀਨ ਹੋ ਗਏ। ਆਪ ਦਾ ਸੰਸਕਾਰ ਭੋਗਲ ਦਿੱਲੀ ਬਾਲਾ ਸਾਹਿਬ ਗੁਰਦੁਆਰਾ ਵਿਖੇ ਹੋਇਆ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੁੱਲ ਉਮਰ ਕੋਈ 8 ਸਾਲ ਤੋਂ ਘੱਟ ਹੈ, ਜਿਸ ਵਿੱਚੋਂ ਕੋਈ 3 ਸਾਲ ਆਪ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਜਿਸ ਨਿਡਰਤਾ ਅਤੇ ਸੂਝ-ਬੂਝ ਨਾਲ ਆਪ ਨੇ ਇਹਨਾਂ ਸਾਲਾਂ ਵਿੱਚ ਸਿੱਖੀ ਪ੍ਰਚਾਰ ਨੂੰ ਮਜ਼ਬੂਤ ਕੀਤਾ। ਜਦ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਪਸਾਰੇ ਦੀ ਇਹ ਸਜਾਈ, ਇਹ ਪੰਕਤੀ ਦ੍ਰਿੜ ਹੋ ਜਾਵੇ, ਤਦੇ ਹੀ ਸਾਨੂੰ ਸਮਝ ਆਵੇਗੀ। ਅਸੀਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹਾਂ। ਆਪ ਜੀ ਦਾ ਜਨਮ ਸਥਾਨ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਸਥਾਨ ਸੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ 7ਵੀਂ ਅਤੇ 8ਵੀਂ ਜੋਤ ਨੇ ਪ੍ਰਕਾਸ਼ ਧਾਰਨ ਕੀਤਾ। ਜਿਸ ਸਥਾਨ 'ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਗਈ, ਉੱਥੇ ਹੁਣ ਗੁਰਦੁਆਰਾ ਕੋਟ ਸਾਹਿਬ ਹੈ। ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ, ਜਿੱਥੇ ਗੁਰੂ ਜੀ ਠਹਿਰੇ ਸਨ, ਅੱਜ ਵੀ ਲੱਖਾਂ ਸ਼ਰਧਾਲੂ ਅਤੇ ਸਿੱਖ ਬਾਲਾ ਪ੍ਰੀਤਮ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਲਈ ਗੁਰੂ ਤੇਗ ਬਹਾਦਰ ਜੀ ਦੀ ਚੋਣ ਭਵਿੱਖ ਵਿੱਚ ਸਿੱਖੀ ਲਈ ਸ਼ਹੀਦੀਆਂ ਦੇ ਕੁਰਬਾਨੀਆਂ ਦੇ ਕੇ ਸਿੱਖੀ ਦਾ ਮਹਿਲ ਉਸਾਰਨ ਵਿੱਚ ਸਹਾਈ ਹੋਈ। ਇਹ ਸੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਕੁ ਚਰਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।